Sat Shri Akal. I'm Neha Verma, the founder of 4D Innovations and Inspiring E-Learning Institute, would like to welcome you at my channel. Today, we are going to learn about articles in Punjabi. So, learn and enjoy, but don't forget to subscribe my channel. Thank you so much and have fun learning. ਸਤਿ ਸ਼੍ਰੀ ਅਕਾਲ। ਹੋਪ ਸੋ ਤੁਹਾਨੂੰ ਪਿਛਲਾ ਚੈਪਟਰ ਵੋਵਲਸ ਦਾ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਜੇ ਵੋਵਲਸ ਚੰਗੀ ਤਰ੍ਹਾਂ ਸਮਝ ਆਏ ਹੋਗੇ ਤੇ ਅੱਜ ਦਾ ਟੌਪਿਕ ਆਰਟੀਕਲਸ ਹੋਰ ਵੀ ਚੰਗੀ ਤਰ੍ਹਾਂ ਸਮਝ ਆਊਗਾ। ਸੋ ਆਪਾਂ ਅੱਜ ਪੜ੍ਹਨਾ ਆ ਆਰਟੀਕਲਸ। ਸੋ ਮੈਂ ਤੁਹਾਡੇ ਕੋਲ ਇੱਕ ਜਰਨਲ ਜਾਂ ਕੁਐਸਚਨ ਪੁੱਛੂੰਗੀ, ਤੁਸੀਂ ਆਰਟੀਕਲਸ ਬਾਰੇ ਕੀ ਜਾਣਦੇ ਆ? ਜੇ ਅਸੀਂ ਜਰਨਲੀ ਆਰਟੀਕਲਸ ਦਾ ਨਾਮ ਲੈਂਦੇ ਆ ਤੇ ਜ਼ਰੂਰੀ ਨਹੀਂ ਹੈ ਕਿ ਆਰਟੀਕਲਸ ਨੂੰ ਅਸੀਂ ਸਿਰਫ ਗ੍ਰਾਮਰ 'ਚ ਹੀ ਸੋਚਦੇ ਆ। ਆਰਟੀਕਲਸ ਅਸੀਂ ਕਿਸੇ ਚੀਜ਼ ਨੂੰ ਵੀ ਕਹਿੰਦੇ, ਕੋਈ ਵੀ ਆਈਟਮ ਹੋ ਗਈ ਉਹ ਆਰਟੀਕਲ ਹੁੰਦਾ, ਜਿੱਦਾਂ ਕੋਈ ਵੀ ਚੀਜ਼, ਠੀਕ ਹੈ। ਸੈਕਿੰਡ ਥਿੰਗ, ਆਰਟੀਕਲਸ ਛਪਦੇ ਵੀ ਆ, ਅਖਬਾਰਾਂ ਦੇ ਵਿੱਚ ਅਸੀਂ ਕਹਿੰਦੇ ਆ ਆਰਟੀਕਲ ਛਪਿਆ, ਠੀਕ ਹੈ, ਦੈਟ ਇਜ਼ ਆਲਸੋ ਆਰਟੀਕਲਸ। ਬਟ ਅੱਜ ਅਸੀਂ ਗ੍ਰਾਮਰ ਦੇ ਆਰਟੀਕਲਸ ਬਾਰੇ ਪੜਾਂਗੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਆਰਟੀਕਲਸ ਦੀ ਡੈਫੀਨੇਸ਼ਨ। ਆਰਟੀਕਲਸ ਕੀ ਆ? ਐਨ ਆਰਟੀਕਲ ਇਜ਼ ਅ ਵਰਡ that comes before a noun। ਹੁਣ noun ਕੀ ਹੁੰਦਾ? ਕਿਸੇ ਵੀ ਚੀਜ਼ ਦਾ, ਕਿਸੇ ਵੀ ਜਗ੍ਹਾ ਦਾ ਜਾਂ ਕਿਸੇ ਵੀ ਬੰਦੇ ਦਾ ਨਾਂ, ਠੀਕ ਹੈ। ਜਦੋਂ ਕਿਸੇ ਦਾ ਨਾਂ ਆਂਦਾ ਆ ਉਹ noun ਹੁੰਦਾ। ਸੋ ਜਿਹੜਾ ਆਰਟੀਕਲ ਹੈ ਉਹ ਉਸ ਨਾਮ ਤੋਂ ਅੱਗੇ ਲੱਗਦਾ, ਠੀਕ ਹੈ। ਜਿੱਦਾਂ ਉਹਨੇ ਲਿਖਿਆ the boy, a bee, an apple। ਹੁਣ ਇਹ ਆਰਟੀਕਲਸ ਕਿੱਦਾਂ ਯੂਜ਼ ਹੁੰਦੇ ਆ ਅਸੀਂ ਉਹਦੇ ਬਾਰੇ ਪੜਾਂਗੇ। ਸੋ ਆਰਟੀਕਲਸ ਦੀਆਂ ਇੱਥੇ ਟਾਈਪਸ ਦਿੱਤੀਆਂ ਗਈਆਂ, a, an and the। ਜਦੋਂ ਵੀ ਅਸੀਂ ਪੜ੍ਹੀਦਾ ਅਸੀਂ ਇਹੀ ਸੋਚੀਦਾ ਕਿ a, an and the ਹੀ ਆਰਟੀਕਲ ਹੁੰਦੇ ਆ। ਬਟ a, an and the ਨੂੰ ਡਿਫਾਈਨ ਕਿੱਦਾਂ ਕੀਤਾ ਜਾਂਦਾ ਹੈ? ਆਰਟੀਕਲਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ। ਪਹਿਲੇ ਦਾ ਨਾਮ ਰੱਖਿਆ ਗਿਆ ਇਨਡੈਫੀਨੇਟ ਆਰਟੀਕਲ, ਜਿਹਦੇ ਵਿੱਚ ਆ ਜਾਂਦਾ a ਜਾਂ an, ਠੀਕ ਹੈ। ਸਮ ਹੁੰਦਾ ਕੁਝ ਵੀ ਥੋੜਾ ਜਿਹਾ, ਠੀਕ ਹੈ। ਡੈਫੀਨੇਟ ਆਰਟੀਕਲਸ ਦੇ ਵਿੱਚ the ਆਂਦਾ। the ਕੀ ਹੁੰਦਾ? ਜਿਹੜਾ ਕੁਝ ਸਪੈਸ਼ਲ ਚੀਜ਼ ਲਈ ਲੱਗਦਾ, ਠੀਕ ਹੈ। ਸੋ ਅਸੀਂ ਇਨਡੈਫੀਨੇਟ ਆਰਟੀਕਲਸ ਜਿਹੜਾ ਕਿ ਨਾਨ ਸਪੈਸੀਫਿਕ ਹੁੰਦਾ, ਮਤਲਬ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ, ਜਿੱਦਾਂ ਉਹਨੇ ਲਿਖਿਆ a thief, ਓਕੇ, this is any thief। ਇਹ ਕੋਈ ਵੀ ਚੋਰ ਹੋ ਸਕਦਾ, ਸਾਨੂੰ ਨਹੀਂ ਪਤਾ ਉਹ ਕਿਹੜਾ ਚੋਰ ਆ। he is not known by the writer or the readers, ਓਕੇ। ਇਹ ਨਾ ਸਾਡੇ ਦੁਆਰਾ ਪਤਾ ਕੀਤਾ ਜਾ ਸਕਦਾ ਕੌਣ ਹੈ, ਨਾ ਕਿਸੇ ਹੋਰ ਨੂੰ ਪਤਾ। ਸੋ ਇਹਦੇ ਬਾਰੇ ਕੁਝ ਨਹੀਂ ਪਤਾ, ਸਿਰਫ ਇੰਨਾ ਜ਼ਰੂਰ ਪਤਾ ਕਿ ਉਹ ਚੋਰ ਆ। ਸੋ ਇਸ ਕਰਕੇ ਉਹਨੂੰ ਕਹਿ ਦਿੱਤਾ ਗਿਆ ਇੱਕ ਚੋਰ, a thief। The definite articles tells us something about which is very specific। ਹੁਣ ਜਿਹੜਾ ਸਪੈਸੀਫਿਕ ਆ, ਜਿਹਦੇ ਬਾਰੇ ਪਤਾ ਹੋਵੇ, ਠੀਕ ਹੈ, ਕਿ ਇਹ ਕਿਹੜਾ ਚੋਰ ਹੈ, ਉਹ ਵਾਲਾ ਚੋਰ ਹੈ ਜਿਹਨੇ ਉੱਥੇ ਚੋਰੀ ਕੀਤੀ ਸੀ, ਜਾਂ ਇਹ ਵਾਲਾ ਚੋਰ ਹੈ ਜਿਹਨੂੰ ਮੈਂ ਕੱਲ ਰਾਤੀ ਦੇਖਿਆ ਸੀ, ਓਕੇ। ਸੋ ਜਦੋਂ ਉਸ ਚੋਰ ਬਾਰੇ ਪਤਾ, ਸੋ ਉਹਦੇ ਅੱਗੇ ਅਸੀਂ ਕੀ ਲਗਾ ਦਾਂਗੇ? the thief। ਇਹ ਚੀਜ਼ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਅੱਗੇ ਰੂਲਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਸੋ ਆਰਟੀਕਲਸ ਦੇ ਰੂਲ ਕੀ ਕਹਿੰਦੇ ਆ? ਜਿਹੜਾ a ਆਰਟੀਕਲ ਆ, ਠੀਕ ਹੈ, ਉਹ ਕਿਹਦੇ ਤੋਂ ਪਹਿਲਾਂ ਯੂਜ਼ ਹੋਣਾ? use a article before a word with a consonant। ਅਸੀਂ ਲਾਸਟ ਚੈਪਟਰ 'ਚ ਪੜ੍ਹਿਆ ਸੀ ਵੋਵਲਸ ਤੇ ਕੌਨਸੋਨੈਂਟ। ਸੋ ਜਿਹੜਾ ਕੌਨਸੋਨੈਂਟ ਤੋਂ ਪਹਿਲਾਂ ਲੱਗੂਗਾ, ਠੀਕ ਆ, a word ਜਿਹੜਾ ਸਟਾਰਟ ਇੱਕ ਕੌਨਸੋਨੈਂਟ ਤੋਂ ਹੋ ਰਿਹਾ, ਉਸ ਤੋਂ ਪਹਿਲਾਂ a ਲੱਗਣਾ। ਸਭ ਤੋਂ ਪਹਿਲੀ ਕੰਡੀਸ਼ਨ a ਦੀ ਇਹ ਹੈ। ਜਿੱਦਾਂ a pencil, ਸੋ ਜਿਹੜਾ ਪੈਨਸਿਲ ਆ ਉਹ ਪ ਦੀ ਆਵਾਜ਼ ਤੋਂ ਸ਼ੁਰੂ ਹੋ ਰਿਹਾ, ਸੋ ਦੈਟਸ ਵਾਈ ਉਹ ਕੌਨਸੋਨੈਂਟ 'ਚ ਹੁੰਦਾ। That's why ਉਹਦੇ ਅੱਗੇ ਅਸੀਂ a use ਕਰਾਂਗੇ। Then an apple। ਹੁਣ use an before a word with a vowel। So ਹੁਣ vowel ਕੌਣ ਆ? apple। ਕਿਉਂ? ਕਿਉਂਕਿ apple ਐ ਦੀ ਸਾਊਂਡ ਤੋਂ ਸ਼ੁਰੂ ਹੁੰਦਾ ਪਿਆ। ਸੋ ਜਿਹੜਾ ਐ ਦੀ ਸਾਊਂਡ ਤੋਂ ਸ਼ੁਰੂ ਹੁੰਦਾ, ਕੋਈ ਵੀ ਮਾਤਰਾ ਦੀ ਸਾਊਂਡ ਤੋਂ ਸ਼ੁਰੂ ਹੁੰਦਾ, ਉਹ ਸਾਡਾ vowel ਹੁੰਦਾ। ਸੋ ਇਹ ਦੋਨਾਂ 'ਚ ਇੱਕ ਹੋਰ ਚੀਜ਼ ਆ ਕਿ ਇਹ ਦੋਨੋਂ ਚੀਜ਼ਾਂ ਸਿੰਗੂਲਰ ਆ। a ਵੀ ਸਿੰਗੂਲਰ ਨਾਲ ਲੱਗਣਾ ਔਰ n ਵੀ ਸਿੰਗੂਲਰ ਨਾਲ ਲੱਗਣਾ, ਕਿਉਂਕਿ ਇੱਕ ਹੀ ਪੈਨਸਿਲ ਆ ਤੇ ਇੱਕ ਹੀ ਐਪਲ ਆ। ਨੈਕਸਟ ਆਪਾਂ ਚੱਲਦੇ ਆ the ਵੱਲ। ਹੁਣ the ਕਿੱਥੇ ਯੂਜ਼ ਹੁੰਦਾ? use the when you are talking about something specific। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਜਿੱਥੇ ਤੁਹਾਨੂੰ ਕੁਝ ਪਤਾ ਹੋਵੇ ਕਿ ਇਹ ਚੀਜ਼ ਸਪੈਸੀਫਿਕ ਆ। ਹੁਣ ਇੱਥੇ ਉਹਨੇ ਲਿਖਿਆ the keys। ਹੁਣ ਸਾਨੂੰ ਪਤਾ ਇਹ ਚਾਬੀਆਂ ਆ,
ਸੋ ਦੈਟਸ ਵਾਈ ਇਹਦੇ ਅੱਗੇ ਦ ਲੱਗਾ। ਇਹਦੇ ਵਿੱਚ ਪਲੂਰਲ ਵੀ ਹੋ ਸਕਦਾ ਹੈ ਤੇ ਸਿੰਗੂਲਰ ਵੀ ਹੋ ਸਕਦਾ, ਠੀਕ ਹੈ। ਹੁਣ ਯੂਜ਼ਿੰਗ ਏ ਐਂਡ ਦ, ਹੁਣ ਜਿਹੜਾ ਏ ਆ ਉਹਦੀਆਂ ਹੋਰ ਕੰਡੀਸ਼ਨਾਂ ਕੀ ਆ, ਤੁਹਾਨੂੰ ਥੋੜਾ ਜਿਹਾ ਹੋਰ ਵਿਸਥਾਰ ਚ ਮੈਂ ਸਮਝਾਉਣਾ ਚਾਹੁੰਦੀ ਹਾਂ ਕਿ ਏ ਇਜ਼ ਯੂਜ਼ਡ ਇਨ ਫਰੰਟ ਆਫ ਅ ਸਿੰਗੂਲਰ ਕਾਊਂਟੇਬਲ ਨਾਊਨਸ। ਕਾਊਂਟੇਬਲ ਨਾਊਨਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਗਿਣ ਸਕੀਏ, ਔਰ ਸਿੰਗੂਲਰ ਜਿਹੜੇ ਇਕੱਲੇ ਹੋਣ, ਜਿੱਦਾਂ ਇੱਕ ਪਰਸਨ, ਇੱਕ ਐਨੀਮਲ ਤੇ ਇੱਕ ਹੀ ਥਿੰਗ, ਮਤਲਬ ਇੱਕ ਹੀ ਚੀਜ਼, ਠੀਕ ਹੈ। ਇੱਕ ਬੰਦਾ, ਇੱਕ ਜਾਨਵਰ, ਇੱਕ ਚੀਜ਼ which are not specific। ਉਹ ਬਰਡ ਆ, ਠੀਕ ਹੈ, ਉਹ ਪੰਛੀ ਆ, ਉਹ ਕਿਹੜਾ ਪੰਛੀ ਹੈ ਸਾਨੂੰ ਨਹੀਂ ਪਤਾ, ਉਹ ਪੰਛੀ ਆ, ਸੋ ਉਹ ਇੱਕ ਆ, ਅਸੀਂ ਉਹਨੂੰ ਗਿਣ ਲਿਆ ਇੱਕ ਆ, ਠੀਕ ਹੈ। ਸਭ ਤੋਂ ਪਹਿਲੀ ਕੰਡੀਸ਼ਨ ਆ ਉਹ ਕਾਊਂਟੇਬਲ ਹੋਣਾ ਚਾਹੀਦਾ, ਉਹ ਇੱਕ ਆ, ਠੀਕ ਹੈ। ਸੋ ਇਸ ਕਰਕੇ ਉਹ ਏ ਦੇ ਹਿੱਸੇ ਚ ਆਇਆ, a bird। we do not use a before uncountable or plural nouns। ਹੁਣ ਪਲੂਰਲ ਮਤਲਬ ਕਿ ਜ਼ਿਆਦਾ ਚੀਜ਼ਾਂ ਦੇ ਨਾਲ ਅਸੀਂ ਇਹ ਨਹੀਂ ਲਗਾ ਸਕਦੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਹ ਸਿਰਫ ਇੱਕ ਸਿੰਗਲ ਚੀਜ਼ ਦੇ ਨਾਲ ਲੱਗਦਾ ਹੈ, ਠੀਕ ਹੈ। ਔਰ ਉਹ ਅਨਕਾਊਂਟੇਬਲ ਦੇ ਨਾਲ ਨਹੀਂ ਯੂਜ਼ ਹੁੰਦਾ, ਜਿੱਦਾਂ ਝੁੰਡ ਜਾ ਰਿਹਾ ਪੰਛੀਆਂ ਦਾ, ਸਾਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੇ ਪੰਛੀ ਆ, ਸੋ ਉਹਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ, ਉਹਦੇ ਨਾਲ ਵੀ ਇਹ ਨਹੀਂ ਯੂਜ਼ ਹੋਊਗਾ। ਇਹ ਹਮੇਸ਼ਾ ਉੱਥੇ ਯੂਜ਼ ਹੋਊਗਾ ਜਿਹਨੂੰ ਤੁਸੀਂ ਕਾਊਂਟ ਕਰ ਸਕਦੇ ਆ ਇੱਕ ਚੀਜ਼ ਦੇ ਵਿੱਚ। If a noun starts with a consonant sound, ਅਗਰ consonant sound ਤੋਂ ਵੀ ਸ਼ੁਰੂ ਹੋ ਰਿਹਾ ਤੇ ਉਹਦੇ ਤੋਂ ਪਹਿਲਾਂ ਵੀ a ਲੱਗਣਾ, ਇਹ ਵੀ ਇੱਕ a ਦੀ ਕੰਡੀਸ਼ਨ ਆ। ਮੈਂ ਤੁਹਾਨੂੰ ਦੱਸਿਆ ਸੀ ਪੈਨਸਿਲ ਪ ਤੋਂ ਸ਼ੁਰੂ ਹੋ ਰਹੀ, that's why ਉਹ consonant ਆ, ਠੀਕ ਹੈ। ਇਸ ਕਰਕੇ ਉਹ ਇੱਕ ਅੱਖਰ ਆ, ਜਦੋਂ ਇੱਕ ਅੱਖਰ ਦੀ ਆਵਾਜ਼ ਆਊਗੀ ਉਹ ਕੌਨਸੋਨੈਂਟ ਹੁੰਦਾ, ਮੈਂ ਤੁਹਾਨੂੰ ਪਿਛਲੇ ਚੈਪਟਰ 'ਚ ਸਮਝਾਇਆ ਸੀ। ਸੋ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਯੂਜ਼ ਹੋ ਗਈਆਂ। ਐਗਜ਼ਾਮਪਲਸ ਲਈਏ ਆਪਾਂ ਏ ਦੀਆਂ, ਸੋ ਏ ਕੈਟ, ਸੋ ਕੈਟ ਜਿਹੜਾ ਉਹ ਕੀ ਹੈ, ਉਹ ਕੌਨਸੋਨੈਂਟ ਆ ਬਿਕੋਜ਼ ਉਹ ਕ ਦੀ ਆਵਾਜ਼ ਤੋਂ ਸ਼ੁਰੂ ਹੋ ਰਿਹਾ, ਠੀਕ ਹੈ। ਪਲੱਸ ਉਹ ਇੱਕ ਸਿੰਗੂਲਰ ਹੈ, ਪਲੱਸ ਉਹਨੂੰ ਅਸੀਂ ਕਾਊਂਟ ਕਰ ਸਕਦੇ ਕਿ ਉਹ ਇੱਕੋ ਹੀ ਕੈਟ ਹੈ, ਇੱਕੋ ਹੀ ਬਿੱਲੀ ਹੈ। ਅ ਬਰਡ, ਹੁਣ ਇੱਕ ਹੀ ਬਰਡ ਆ ਇਸ ਕਰਕੇ, ਬਟ ਉਹ ਨॉन ਸਪੈਸੀਫਿਕ ਵੀ ਹੈ, ਸਾਨੂੰ ਨਹੀਂ ਪਤਾ ਉਹ ਕਿਹੜਾ ਪੰਛੀ ਹੈ, ਠੀਕ ਹੈ। ਸਾਨੂੰ ਨਹੀਂ ਪਤਾ ਉਹ ਕਿਹੜੀ ਬਿੱਲੀ ਆ, ਕਾਲੀ ਆ, ਚਿੱਟੀ ਆ ਕਿ ਕਿਹੜੀ ਹੈ, ਠੀਕ ਆ। ਅ ਚਾਈਲਡ, ਫਿਰ ਸਾਨੂੰ ਬੱਚੇ ਬਾਰੇ ਨਹੀਂ ਪਤਾ ਕਿ ਉਹ ਬੱਚਾ ਕਿਹਦਾ ਆ, ਗੋਰਾ, ਕਾਲਾ, ਪੀਲਾ, ਕਿੱਦਾਂ ਦਾ ਆ, ਠੀਕ ਹੈ। ਅ ਡਾਕਟਰ, ਓਕੇ, ਸੋ ਡਾਕਟਰ ਕੌਣ ਆ ਸਾਨੂੰ ਨਹੀਂ ਪਤਾ, ਉਹ ਕਾਹਦਾ ਡਾਕਟਰ ਆ, ਹੱਡੀਆਂ ਦਾ ਆ, ਅੱਖਾਂ ਦਾ ਆ, ਸਰੀਰ ਦਾ, ਠੀਕ ਆ। ਅ ਹਾਊਸ, ਇੱਕ ਘਰ ਆ। ਇਹ ਸਾਰੇ ਹੀ ਕੌਨਸੋਨੈਂਟ ਦੀ ਆਵਾਜ਼ ਆ, ਇਸ ਕਰਕੇ ਇਹ ਵੀ ਬਹੁਤ ਧਿਆਨ ਚ ਰੱਖਣਾ ਤੁਸੀਂ। ਅ ਬਾਈਕ, ਬ ਤੋਂ ਸ਼ੁਰੂ ਹੋ ਰਿਹਾ। ਅ ਬੋਏ, ਬ ਤੋਂ ਸ਼ੁਰੂ ਹੋ ਰਿਹਾ। ਅ ਟੇਬਲ, ਟ ਤੋਂ ਸ਼ੁਰੂ ਹੋ ਰਿਹਾ। ਸੋ ਇਹ ਸਾਰੀਆਂ ਹੀ ਚੀਜ਼ਾਂ ਇੱਕ ਤਾਂ ਸਿੰਗੂਲਰ ਆ, ਇੱਕ ਸਾਨੂੰ ਨਹੀਂ ਪਤਾ ਇਹ ਕੀ ਆ, ਕਿੱਥੋਂ, ਨॉन ਸਪੈਸੀਫਿਕ ਆ, ਠੀਕ ਹੈ। ਸੋ ਇੱਕ ਇਹ ਸਟਾਰਟ ਸਾਰੀਆਂ ਕੌਨਸੋਨੈਂਟ ਦੀ ਆਵਾਜ਼ ਤੋਂ ਹੋ ਰਹੀਆਂ, ਦੈਟਸ ਵਾਈ ਅਸੀਂ ਇਹਨਾਂ ਨੂੰ ਏ ਦੀ ਕੈਟੇਗਰੀ 'ਚ ਸ਼ਾਮਿਲ ਕੀਤਾ ਹੈ। then ਅਸੀਂ ਆਨੇ ਆ ਐਨ ਦੀ ਕੈਟੇਗਰੀ 'ਚ। ਹੁਣ ਐਨ is used in front of singular countable nouns which are not specific, ਠੀਕ ਹੈ। ਹੁਣ ਜਿਹੜਾ ਐਨ ਆ ਉਹ ਵੀ ਸਿੰਗੂਲਰ ਹੀ ਹੋਣਾ ਚਾਹੀਦਾ, ਉਹ ਵੀ ਕਾਊਂਟੇਬਲ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਤੇ ਏ ਦੇ ਵਿੱਚ ਕੀ ਡਿਫਰੈਂਸ ਆ, ਏ ਜਿਹੜਾ ਉਹ ਕੌਨਸੋਨੈਂਟ ਦੀ ਸਾਊਂਡ ਵਾਲੇ ਅੱਖਰਾਂ ਦੇ ਨਾਲ ਆਣਾ, ਐਨ ਜਿਹੜਾ ਉਹ ਵਾਵਲ ਸਾਊਂਡ ਦੀਆਂ ਅੱਖਰਾਂ ਵਾਲੇ ਨਾਲ ਆਣਾ। ਬਾਕੀ ਸਾਰੀਆਂ ਕੰਡੀਸ਼ਨਾਂ ਸੇਮ ਆ। We do not use and before uncountable or plural nouns, ਠੀਕ ਹੈ। ਸੇਮ ਕੰਡੀਸ਼ਨਸ ਅਪਲਾਈ ਹੁੰਦੀਆਂ। an apple, apple starts from the sound a, so ਇਸ ਕਰਕੇ ਉਹ ਵਾਵਲ ਆ। an egg, an ant, an orange, an hour, an aunt, an old man, an uncle. So all are the singulars and all are start with a vowel sound. That's why we are conducting it into an. Okay, then the. We use the in front of nouns. It doesn't matter whether the nouns are singular, plural, countable or uncountable to describe someone or something specific or unique. ठीक है। the ਹੁਣ ਇੱਕ specific ਚੀਜ਼ ਦੇ ਕੇ ਆਣਾ, ਉਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਉਹ ਕਿੰਨੀਆਂ ਵਾ ਕਿੰਨੀਆਂ ਨਹੀਂ, ਠੀਕ ਹੈ। so the earth, the earth, so earth start ਤਾਂ vowel ਤੋਂ ਹੋ ਰਿਹਾ, ਲੇਕਿਨ earth ਇੱਕ ਬਹੁਤ ਵੱਡੀ ਚੀਜ਼ ਆ, ਠੀਕ ਹੈ। ਇਸ ਕਰਕੇ ਉਹਨੂੰ ਅਸੀਂ
ਦ ਦੇ ਨਾਲ ਯੂਜ਼ ਕਰਦੇ ਹਾਂ ਕਿਉਂਕਿ ਅਰਥ ਬਾਰੇ ਸਾਨੂੰ ਪਤਾ ਆ ਕਿ ਅਰਥ ਇੱਕੋ ਹੀ ਚੀਜ਼ ਹੈ ਤੇ ਅਰਥ ਕੀ ਹੈ ਆਪਣੀ ਧਰਤੀ, ਹੋਰ ਕੁਝ ਨਹੀਂ ਹੋ ਸਕਦਾ। ਠੀਕ ਹੈ, ਐਪਲ ਲਾਲ ਵੀ ਹੋ ਸਕਦਾ, ਹਰਾ ਵੀ ਹੋ ਸਕਦਾ, ਲੇਕਿਨ ਅਰਥ ਤੇ ਇੱਕੋ ਹੀ ਹੈ ਨਾ। ਦ ਵਰਲਡ, ਪੂਰਾ ਸੰਸਾਰ ਇੱਕੋ ਹੈ। ਦ 에ਅਰ, 에ਅਰ ਵੀ ਇੱਕੋ ਹੀ ਹੈ। ਦ ਵੈਦਰ, ਠੀਕ ਹੈ। ਦ ਮੂਨ, ਦ ਪ੍ਰੈਜ਼ੀਡੈਂਟ, ਦ CEO, ਠੀਕ ਹੈ। ਦ ਸਨ। ਸੋ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਤਰੀਕੇ ਨਾਲ ਡਿਸਕ੍ਰਾਈਬ ਕੀਤੀਆਂ ਜਾਂਦੀਆਂ ਔਰ ਸਮਝ ਆਏ ਸਪੈਸੀਫਿਕ ਆ ਕਿ ਇਹੀ ਹੋ ਸਕਦੀਆਂ, ਹੋਰ ਕੁਝ ਨਹੀਂ ਹੋ ਸਕਦਾ। ਦੈਟਸ ਵਾਈ ਆਪਾਂ ਉਹਨੂੰ ਦ ਲਿਖਦੇ ਹਾਂ। ਠੀਕ ਹੈ, ਇਹਦੇ ਵਿੱਚ ਇੱਕ ਹੋਰ ਗੱਲ ਆ, ਜਦੋਂ ਆਪਾਂ ਵੋਵਲ ਸਾਊਂਡ ਤੋਂ ਉੱਪਰੋਂ ਸ਼ੁਰੂ ਹੁੰਨੇ ਆ ਤੇ ਆਪਾਂ ਦੀ ਅਰਥ ਬੋਲਦੇ ਆ, ਬਟ ਜੇ ਅਸੀਂ ਕੌਨਸੋਨੈਂਟ ਸਾਊਂਡ ਤੋਂ ਸ਼ੁਰੂ ਹੁੰਨੇ, ਜਿੱਦਾਂ ਵਰਲਡ ਵ ਤੋਂ ਸ਼ੁਰੂ ਹੋ ਰਿਹਾ, ਸੋ ਉਹਨੂੰ ਆਪਾਂ ਦ ਕਹਿੰਦੇ ਆ। ਠੀਕ ਹੈ, ਨੈਕਸਟ ਥੋੜਾ ਜਿਹਾ ਹੋਰ ਇਹਦੇ ਬਾਰੇ ਯੂਜ਼ ਪੜ੍ਹ ਸਕਦੇ ਹਾਂ ਅਸੀਂ। ਜਿਹੜਾ ਏ ਤੇ ਐਨ ਆ, use for objects that are not specific or one of several things or in a similar way। मैं पहला भी दस चुकी कि इको ही चीज होनी चाहिए। I need a phone। Phone starts from the sound f, which is a consonant. Again, it is a singular, so that's why we are using a sound. Okay, I saw a movie last night। Use the first time we introduce an object। ਜਦੋਂ ਅਸੀਂ ਪਹਿਲੀ ਵਾਰੀ ਦੱਸਦੇ ਹਾਂ ਕਿ ਮੈਂ ਕੀ ਦੇਖਿਆ, ਬਟ ਉਹ ਦੇਖਿਆ ਇੱਕੋ ਹੀ ਆ, saw a movie। So movie starts from the sound ma ਵੀ consonant ਆ। Used as synonyms for the number one। ठीक है, they bought a computer। Computer starts from the consonant sound k। Okay, for ਇੱਕੋ ਹੀ computer are used to indicate one of a group। She is a singer। ठीक है, ਉਹ ਇੱਕ singer ਆ। singer ਵੀ ਸ ਤੋਂ ਸ਼ੁਰੂ ਹੋ ਰਿਹਾ, consonant sound ਤੋਂ ਸ਼ੁਰੂ ਹੋ ਰਿਹਾ, so that's why ਉਹਦੇ ਅੱਗੇ ਆਪਾਂ a ਲਗਾਵਾਂਗੇ। the use for specific objects or objects that both speaker and listener know। ठीक है, ਜਿਹਦੇ ਬਾਰੇ ਅਸੀਂ ਜਾਣਦੇ ਹਾਂ। Can you give me the books on the table। ਠੀਕ ਹੈ, ਜਿਹੜੀਆਂ ਟੇਬਲ ਉੱਤੇ ਬੁੱਕਸ ਪਈਆਂ ਉਹ ਮੰਗ ਰਿਹਾ। ਇਟ ਮੀਨਸ ਉਹ ਇੱਕ ਸਪੈਸੀਫਿਕ ਬੁੱਕ ਦੀ ਗੱਲ ਕਰ ਰਿਹਾ। The movie is based on a real life incident। ਉਹ ਜਿਹੜੀ ਮੂਵੀ ਜਿਹੜੀ ਰੀਅਲ ਲਾਈਫ ਇਨਸੀਡੈਂਟ ਤੇ ਬੇਸਡ ਸੀ, ਮੈਂ ਉਹ ਮੂਵੀ ਦੀ ਗੱਲ ਕਰ ਰਿਹਾ। ਦੈਟਸ ਵਾਈ ਇੱਥੇ ਮੂਵੀ ਸਪੈਸੀਫਿਕ ਆ। Used before plural countries or other plural regions and bodies of waters। The Netherlands। Okay, so Netherland ਵੀ ਇੱਕ ਜਗ੍ਹਾ ਦਾ ਨਾਮ ਆ ਜਿੱਥੇ ਸਾਨੂੰ ਪਤਾ ਆ, ਠੀਕ ਹੈ, ਕਿ ਉਹਦੇ ਵਿੱਚ ਕੀ ਆ ਔਰ ਇੱਕੋ ਹੀ ਆ। ਠੀਕ ਹੈ, used before certain adjectives to give a plural meaning। The rich, ਠੀਕ ਹੈ, ਉਹ ਅਮੀਰ ਆ। that's why ਆਪਾਂ ਨੂੰ ਉਹਦੇ ਬਾਰੇ ਪਤਾ ਹੈ। Then कुछ और examples use before words beginning with a consonant sound। A man, ma is a consonant sound। A lamp, l is a consonant sound। A cat is a consonant sound, k। ठीक है, used before words that begin with the vowel sound are used as an apple। Apple starts from the vowel sound a। An eraser, eraser starts from the sound e। An umbrella, umbrella starts from the sound a। Okay, so a and should agree with the first sound in the adjective or the adverb adjective combination which stands before a noun। ठीक है, ਹੁਣ ਇਹ ਕਿਦਾਂ ਆਪਾਂ ਦੇਖਣਾ। An 80 years old man। 80 starts from the sound a। Okay, ਸੋ ਇਸ ਕਰਕੇ ਇਹਦੇ ਵਿੱਚ 80 ਤੋਂ ਅੱਗੇ ਐਨ ਲੱਗਾ। ਠੀਕ ਆ, ਅ ਗੋਲਡਨ ਨੈਕਲੇਸ, ਗੋਲਡਨ ਆ ਗ ਦੀ ਆਵਾਜ਼ ਕੌਨਸੋਨੈਂਟ ਆ। ਅ ਪ੍ਰੀਟੀ ਗਰਲ, ਸੋ ਪ ਦੀ ਆਵਾਜ਼ ਆ ਰਹੀ। ਹੁਣ use a before words, letters, number which sound like they begin with consonant even if the first letter is a vowel। ਸੋ ਠੀਕ ਹੈ, ਹੁਣ ਇਹਦੇ ਲੈਟਰ ਤੇ ਨਹੀਂ, ਮੈਂ ਤੁਹਾਨੂੰ ਫਰਸਟ ਚੈਪਟਰ 'ਚ ਵੀ ਸਮਝਾਇਆ ਸੀ, ਵੋਵਲ ਹਮੇਸ਼ਾ ਤੁਸੀਂ ਸਾਊਂਡ ਨਾ ਚੈੱਕ ਕਰਨਾ, ਲੈਟਰ ਨਾ ਨਹੀਂ ਚੈੱਕ ਕਰਨਾ। A euro, euro starts from the sound y। so that's why ਇਹ ਇੱਕ ਵੋਵਲ ਸਾਊਂਡ ਨਹੀਂ ਆ, ਇਸ ਕਰਕੇ ਇਹਦੇ ਅੱਗੇ a ਲੱਗਾ। A university, university y ਸਾਊਂਡ ਦੀ ਆਵਾਜ਼ ਦੇ ਰਿਹਾ, so that's why ਇਹਦੇ ਅੱਗੇ ਵੀ a ਲੱਗਾ। A one v ਦੀ ਆਵਾਜ਼ ਦੇ ਰਿਹਾ, so that's why a ਲੱਗਾ। Use and before words, letters, number which sound like they start with the vowel even if the first letter is a consonant। An hour,
okay, and r is our or r ਜਦੋਂ ਵੀ ਅਸੀਂ ਬੋਲਦੇ ਹਾਂ our ਬੋਲਦੇ ਹਾਂ ਆ ਤੋਂ ਸਟਾਰਟ ਹੋ ਰਿਹਾ, ਸੋ ਉਹਦੀ ਫਸਟ ਸਾਊਂਡ ਆ ਰਹੀ ਹੈ। ਐਨ ਐਫ ਦੀ ਆਵਾਜ਼ ਤੋਂ ਐਫ ਸ਼ੁਰੂ ਹੋ ਰਿਹਾ, ਐਨ ਏਟ ਵੀ ਐ ਦੀ ਆਵਾਜ਼ ਤੋਂ ਸ਼ੁਰੂ ਹੋ ਰਿਹਾ। ਸੋ ਇੱਕ ਇਹਨਾਂ ਤੋਂ ਹਟ ਕੇ ਆਰਟੀਕਲ ਹੁੰਦਾ ਜਿਹਨੂੰ ਅਸੀਂ ਨਾਮ ਦਿੰਨੇ ਆ ਜ਼ੀਰੋ ਆਰਟੀਕਲ ਜਾਂ ਨੋ ਆਰਟੀਕਲ। ਇਹਦਾ ਮਤਲਬ ਉੱਥੇ ਕੋਈ ਵੀ ਆਰਟੀਕਲ ਨਹੀਂ ਲੱਗਣਾ, ਨਾ ਏ ਲੱਗਣਾ, ਨਾ ਐਨ ਲੱਗਣਾ, ਨਾ ਦ ਲੱਗਣਾ। ਟੂ ਟਾਕ ਅਬਾਊਟ ਦ ਥਿੰਗਸ ਇਨ ਜਰਨਲ, ਜਦੋਂ ਅਸੀਂ ਕਿਸੇ ਜਰਨਲ ਚੀਜ਼ਾਂ ਬਾਰੇ ਗੱਲ ਕਰ ਸਕਦੇ, ਮਤਲਬ ਦੁੱਧ ਲੈ ਆ, ਠੀਕ ਹੈ, ਦੁੱਧ ਪੀ ਲਾ, ਸੋ ਦੁੱਧ ਨੂੰ ਅਸੀਂ ਕਾਊਂਟ ਨਹੀਂ ਕੀਤਾ, ਸਾਨੂੰ ਨਹੀਂ ਪਤਾ ਇੱਕ ਦੁੱਧ ਦੋ ਦੁੱਧ ਆ, ਸੋ ਇਸ ਕਰਕੇ ਜਿੱਦਾਂ ਮਿਲਕ ਆ, ਮਿਲਕ ਇਜ਼ ਗੁੱਡ ਫॉर ਯੂ, ਉਹਦੇ ਨਾਲ ਏ ਵੀ ਨਹੀਂ ਲੱਗਣਾ, ਦ ਵੀ ਨਹੀਂ ਲੱਗਣਾ, ਕੁਛ ਨਹੀਂ ਲੱਗਣਾ। ਬਟ ਜਦੋਂ ਅਸੀਂ ਇਦਾਂ ਕਹਿੰਦੇ ਆ ਅ ਗਲਾਸ ਆਫ ਮਿਲਕ ਆਈ ਨੀਡ, ਮਤਲਬ ਮੈਨੂੰ ਇੱਕ ਗਲਾਸ ਦੁੱਧ ਦਾ ਚਾਹੀਦਾ, ਸੋ ਉਹਨੂੰ ਅਸੀਂ ਸਪੈਸੀਫਾਈ ਏ ਨਾ ਕਰ ਸਕਦੇ ਹਾਂ। ਟੂ ਟਾਕ ਅਬਾਊਟ ਸਪੋਰਟਸ ਐਂਡ ਗੇਮਸ, ਹੁਣ ਸਪੋਰਟਸ ਐਂਡ ਗੇਮਸ ਨੂੰ ਵੀ ਅਸੀਂ ਜ਼ੀਰੋ ਆਰਟੀਕਲ ਚ ਲੈਣੇ ਆ। ਲੈਟਸ ਗੋ ਐਂਡ ਪਲੇ ਬਾਸਕਟਬਾਲ, okay, let's go and play cricket. Before the names of countries, countries ਦੇ ਨਾਮ ਦੇ ਅੱਗੇ ਵੀ ਇਹੀ ਲੱਗਦਾ, ਜਾਪਾਨ, ਫਰਾਂਸ, ਇਟਲੀ, ਇਹਦੇ ਨਾਲ ਕੋਈ ਵੀ ਆਰਟੀਕਲ ਨਹੀਂ ਲੱਗਦਾ, no article. Before the name of a language, we are learning English, so it is also a language, so language ਦੇ ਨਾਲ ਵੀ ਕੋਈ ਆਰਟੀਕਲ ਨਹੀਂ ਲੱਗਦਾ, means zero article, no article is attached with any kind of name of a language. Before the names of a railway station, then they are also place names, railway stations ਦੇ ਨਾਮ ਨਾਲ ਵੀ ਨਹੀਂ ਲੱਗਣਾ। Before the names of the meals ਆਪਣੇ ਖਾਣੇ ਦੇ ਨਾਮ ਨਾਲ, breakfast, dinner or lunch. Before noun plus number, like room 6, okay, so ਇਹਦੇ ਨਾਲ ਵੀ ਕੋਈ ਆਰਟੀਕਲ ਨਹੀਂ ਲੱਗਣਾ। okay, I hope ਕਿ ਤੁਹਾਨੂੰ ਸਾਰਿਆਂ ਨੂੰ ਇਹ ਸਾਰੀ ਚੀਜ਼ ਚੰਗੀ ਤਰ੍ਹਾਂ ਸਮਝ ਆਊਗੀ ਤਾਂ ਕਿ ਅਸੀਂ ਨੈਕਸਟ ਲੈਸਨ ਚੰਗੀ ਤਰ੍ਹਾਂ ਪੜ੍ਹ ਸਕੀਏ। ਸੋ ਪਲੀਜ਼ ਪ੍ਰੈਕਟਿਸ ਇਹਦੇ ਉੱਪਰ ਕਰਿਓ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਮੀ। ਐਂਡ ਅਗਰ ਤੁਹਾਡੇ ਕੋਲ ਕੋਈ ਵੀ ਕੁਐਸਚਨ ਆ, ਕੋਈ ਵੀ ਕੁਐਰੀ ਆ, please follow me on Instagram. My ID is there as a 4D Innovations. So thank you so much and see you again. Bye bye.